10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ PAS ਦੀ ਤਿਆਰੀ ਲਈ ਸਾਇੰਸ ਵਿਸ਼ੇ ਦਾ ਜਿਹੜਾ ਪਹਿਲਾ ਪਾਠ ਹੈ, ਜਿਸ ਦਾ ਨਾਮ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ, ਉਸ ਦਾ ਅਧਿਐਨ ਕਰਾਂਗੇ। ਤੋ ਇਹ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਪ੍ਰਸ਼ਨ ਆਪਾਂ ਕਰਾਂਗੇ, ਜਿਹੜੇ ਇੱਕ ਪ੍ਰਸ਼ਨ ਹੈ ਉਸ ਦੇ 4 ਸੰਭਾਵਿਤ ਉੱਤਰ ਹੈ ਅਤੇ ਉਹਨਾਂ 'ਚੋਂ ਤੁਸੀਂ ਇੱਕ ਸਹੀ ਚੁਣਨਾ ਹੈਗਾ। ਇਹ ਪ੍ਰਸ਼ਨ ਕਿਹਨਾਂ ਵੱਲੋਂ ਤਿਆਰ ਕੀਤੇ ਗਏ ਆ? ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਿਗਿਆਨ ਦੀ ਜਿਹੜੀ ਟੀਮ ਹੈਗੀ ਆ ਪੰਜਾਬ ਦੀ, ਉਸ ਵੱਲੋਂ ਤਿਆਰ ਕੀਤੇ ਗਏ ਇਹ। ਤਾਂ ਆਪਾਂ ਪਹਿਲੇ ਕੁਐਸਚਨ ਨੂੰ ਦੇਖਦੇ ਹਾਂ। ਇਸ ਦੇ ਵਿੱਚ ਕੀ ਹੈ? ਕਹਿੰਦੇ ਅੱਜ ਜਦੋਂ ਅੰਜਲੀ ਲੈਬ ਵਿੱਚ ਪ੍ਰਯੋਗ ਕਰ ਰਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਪਹਿਲਾਂ ਰਗੜਨਾ ਪੈਂਦਾ ਹੈ। ਤਾਂ ਅਜਿਹਾ ਕਿਉਂ ਹੈ? ਸੋ ਇਹਦੇ 4 ਸੰਭਾਵਿਤ ਉੱਤਰ ਦਿੱਤੇ ਆਪਾਂ ਨੂੰ। ਪਹਿਲਾ ਤਾਂ ਦਿੱਤਾ ਵੀ ਇਸ ਉੱਤੇ ਬੇਸਿਕ ਮੈਗਨੀਸ਼ੀਅਮ ਕਾਰਬੋਨੇਟ ਦੀ ਪਰਤ ਹੁੰਦੀ ਹੈ। ਦੂਸਰਾ ਹੈਗਾ ਇਸ ਦੇ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਹੁੰਦੀ ਹੈ। ਤੀਸਰੇ ਨੰਬਰ 'ਤੇ ਹੈ ਇਸ ਉੱਤੇ ਮੈਗਨੀਸ਼ੀਅਮ ਸਲਫਾਈਡ ਦੀ ਪਰਤ ਚੜ੍ਹ ਜਾਂਦੀ ਹੈ। ਅਤੇ ਚੌਥੇ ਨੰਬਰ 'ਤੇ ਇਸ ਦੇ ਉੱਤੇ ਮੈਗਨੀਸ਼ੀਅਮ ਕਲੋਰਾਈਡ ਦੀ ਪਰਤ ਚੜ੍ਹ ਜਾਂਦੀ ਹੈ। ਤਾਂ ਬੱਚਿਓ ਇਹਦਾ ਸਹੀ ਉੱਤਰ ਹੋਵੇਗਾ ਦੂਸਰਾ, ਕਿ ਇਸ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਚੜ੍ਹ ਜਾਂਦੀ ਹੈ। ਤਾਂ ਇਸ ਕਰਕੇ ਉਸ ਨੂੰ ਰਗੜਨਾ ਜ਼ਰੂਰੀ ਹੈ, ਅਤੇ ਜੇ ਨਾ ਰਗੜਿਆ ਜਾਵੇ ਤਾਂ ਮੈਗਨੀਸ਼ੀਅਮ ਰਿਬਨ ਜਲਾਇਆ ਨਹੀਂ ਜਾ ਸਕਦਾ। ਉਸ ਨੂੰ ਜਲਾਉਣ ਦੇ ਲਈ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜਿਹੜੀ ਸਾਫ਼ ਕਰਨੀ ਜ਼ਰੂਰੀ ਹੈ, ਜਿਹੜੀ ਰੇਗਮਾਰ ਨਾਲ ਸਾਫ਼ ਕੀਤੀ ਜਾਂਦੀ ਹੈਗੀ ਹੈ। ਤਾਂ ਇਹ ਪਹਿਲਾ ਪ੍ਰਸ਼ਨ ਸੀਗਾ। ਅਤੇ ਇਹ ਤੁਹਾਨੂੰ ਇਹ ਗੱਲ ਪਹਿਲਾਂ ਵੀ ਦੱਸੀ ਜਾ ਚੁੱਕੀ ਹੈ ਕਿ ਮੈਗਨੀਸ਼ੀਅਮ ਆਕਸਾਈਡ ਉਸ ਦੇ ਉੱਤੇ ਪਰਤ ਜੰਮੀ ਕਿਵੇਂ? ਹਵਾ ਵਿੱਚ ਆਕਸੀਜਨ ਸੀ ਅਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਕਿਰਿਆਸ਼ੀਲ ਧਾਤਾਂ ਦੇ ਵਿੱਚ ਹੈਗੀ ਹੈ, ਅਤੇ ਇਹ ਮੈਗਨੀਸ਼ੀਅਮ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਕੇ ਸਫੈਦ ਰੰਗ ਦੀ ਉੱਤੇ ਪਰਤ ਜਮ੍ਹਾਂ ਕਰ ਦਿੰਦੀ ਹੈ। ਮੈਗਨੀਸ਼ੀਅਮ ਦੇ ਉੱਤੇ ਇੱਕ ਤਰੀਕੇ ਦਾ ਮੈਗਨੀਸ਼ੀਅਮ ਦਾ ਖੋਰਨ ਹੁੰਦਾ ਹੈ। ਤੋ ਇਹ ਜਿਹੜਾ ਹੈਗਾ ਪਹਿਲੇ ਪ੍ਰਸ਼ਨ ਦਾ ਉੱਤਰ ਸੀਗਾ। ਦੂਸਰਾ ਪ੍ਰਸ਼ਨ ਹੈ ਕਿ ਅੱਜ ਰੋਹਿਤ ਨੇ ਪੜ੍ਹਿਆ ਹੈ ਕਿ ਕੁਝ ਰਸਾਇਣਿਕ ਕਿਰਿਆਵਾਂ ਵਿੱਚ ਉਤਪਾਦਾਂ ਦੀ ਉਤਪੱਤੀ ਦੇ ਨਾਲ ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ, ਜਿਸ ਕਾਰਨ ਕਿਰਿਆ ਮਿਸ਼ਰਣ ਗਰਮ ਹੋ ਜਾਂਦਾ ਹੈ। ਇਸ ਰਸਾਇਣਿਕ ਮਿਸ਼ਰਣ ਦੇ ਗਰਮ ਹੋਣ ਦੇ ਨਾਲ ਇਸ ਦੇ ਵਿੱਚ ਕਿਹੜੀ ਰਸਾਇਣਿਕ ਕਿਰਿਆ ਵਾਪਰੀ ਹੈ, ਉਸ ਦਾ ਨਾਮ ਦੱਸਣਾ ਆਪਾਂ। ਤਾਂ ਉਹ ਰਸਾਇਣਿਕ ਕਿਰਿਆ ਹੈਗੀ ਆ ਤਾਪ ਨਿਕਾਸੀ ਰਸਾਇਣਿਕ ਕਿਰਿਆ। ਤਾਂ ਦੂਸਰੇ ਦਾ ਉੱਤਰ ਵੀ ਦੂਜਾ ਭਾਗ ਹੈ। ਤਾਂ ਤਾਪ ਨਿਕਾਸੀ ਕਿਰਿਆਵਾਂ ਕਿਹੜੀਆਂ ਹੁੰਦੀਆਂ? ਜਿਨ੍ਹਾਂ ਦੇ ਵਿੱਚ ਤਾਪ ਦੀ ਪੈਦਾਵਾਰ ਹੁੰਦੀ ਹੈ। ਤੋ ਇਹ ਆਪਣਾ ਦੂਸਰੇ ਦਾ ਉੱਤਰ ਸੀਗਾ। ਬੱਚੇ ਹੁਣ ਆਪਾਂ ਤੀਸਰਾ ਪ੍ਰਸ਼ਨ ਕਰਾਂਗੇ। ਇਸ ਦੇ ਵਿੱਚ ਕਿਹਾ ਕਿ ਰਾਸ ਅਤੇ ਉਸ ਦਾ ਦੋਸਤ ਚਾਈਨਾ ਡਿਸ਼ ਵਿੱਚ ਲਗਭਗ 1 ਗ੍ਰਾਮ ਕਾਪਰ ਪਾਊਡਰ ਗਰਮ ਕਰ ਰਹੀ ਸੀ ਤਾਂ ਉਹਨਾਂ ਨੇ ਉਸ ਉੱਪਰ ਕਾਲੇ ਰੰਗ ਦੀ ਪਰਤ ਬਣੀ ਹੋਈ ਦੇਖੀ, ਜਿਸ ਨੂੰ ਕਾਪਰ ਆਕਸਾਈਡ ਕਿਹਾ ਜਾਂਦਾ ਹੈ। ਤਾਂ ਇਸ ਦੇ ਵਿੱਚ ਕਿਹੜੀ ਪ੍ਰਕਿਰਿਆ ਵਾਪਰੀ ਹੈ? ਇਸ ਦੇ ਵਿੱਚ ਆਕਸੀਕਰਨ ਕਿਰਿਆ ਹੋਈ ਹੈ। ਭਾਗ ਪਹਿਲਾ, ਭਾਵ ਕਾਪਰ ਜਿਹੜਾ ਹੈਗਾ ਗਰਮ ਹੋ ਕੇ ਆਕਸੀਜਨ ਨਾਲ ਕਿਰਿਆ ਕਰ ਗਿਆ, ਜਿਸ ਵਿੱਚੋਂ ਕਾਪਰ ਆਕਸਾਈਡ ਪੈਦਾ ਹੋਈ। ਤਾਂ ਕਾਪਰ ਆਕਸਾਈਡ ਦਾ ਰੰਗ ਜਿਹੜਾ ਹੈਗਾ ਉਹ ਕਾਲਾ ਹੁੰਦਾ ਹੈ। ਇਸੇ ਤਰ੍ਹਾਂ ਰੋਹਿਤ ਦੀ ਅਧਿਆਪਕਾਂ ਨੇ ਅੱਜ ਉਸ ਨੂੰ ਸਿਖਾਇਆ ਕਿ ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ ਕਿਸੇ ਖਾਸ ਅਨੁਪਾਤ ਵਿੱਚ ਹੁੰਦੇ ਹਨ। ਉਹਨਾਂ ਦਾ ਅਨੁਪਾਤ ਕਿੰਨਾ ਹੈ? ਤਾਂ ਇਸ ਦਾ ਉੱਤਰ ਤੀਸਰਾ ਹੈਗਾ, ਭਾਵ 2:1, ਕਿਉਂਕਿ ਹਾਈਡਰੋਜਨ ਹਮੇਸ਼ਾ ਪਾਣੀ ਦੇ ਵਿੱਚ 2 ਅਤੇ ਆਕਸੀਜਨ 1 ਦੇ ਅਨੁਪਾਤ ਵਿੱਚ ਹੁੰਦੀ ਹੈ। ਇਸ ਕਰਕੇ ਇਸ ਦਾ 2:1 ਉੱਤਰ ਆਵੇਗਾ। ਪਾਣੀ ਦਾ ਫਾਰਮੂਲਾ ਤੁਸੀਂ ਜਾਣਦੇ ਹੀ ਹੈ, H2O। ਪੰਜਵਾਂ ਪ੍ਰਸ਼ਨ ਹੈ ਕਿ ਰੇਨੂ ਦੀ ਮਾਤਾ ਨੇ ਉਸ ਨੂੰ ਉਹਦੇ ਜਨਮ ਦਿਨ 'ਤੇ ਇੱਕ ਚਾਂਦੀ ਦਾ ਕੜਾ ਦਿੱਤਾ। ਕੁਝ ਦਿਨਾਂ ਬਾਅਦ ਉਸ ਉੱਪਰ ਕਾਲੇ ਰੰਗ ਦੀ ਪਰਤ ਆ ਗਈ। ਤਾਂ ਇਸ ਪਰਤ ਨੂੰ ਇਹ ਕਿਹੜੀ ਪਰਤ ਹੈ? ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਸਿਲਵਰ ਆਕਸਾਈਡ, ਭਾਵ ਪੰਜਵੇਂ ਦਾ ਉੱਤਰ ਦੂਜਾ, Ag2O। ਤਾਂ 6ਵਾਂ ਪ੍ਰਸ਼ਨ ਹੈ ਕਿ ਰੀਟਾ ਨੇ ਇੱਕ ਨਮਕੀਨ ਦਾ ਪੈਕਟ ਖਰੀਦਿਆ ਜੋ ਕਿ ਕਾਫੀ ਫੁੱਲਿਆ ਹੋਇਆ ਸੀ। ਨਮਕੀਨ ਚਿਪਸ ਦੇ ਪੈਕਟਾਂ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ? ਇਹ ਗੈਸ ਦਾ ਨਾਮ ਆਪਾਂ ਦੱਸਣਾ ਵੀ ਕਿਹੜੀ ਗੈਸ ਹੈ। ਤਾਂ ਨਮਕੀਨ ਚਿਪਸ ਦੇ ਪੈਕਟਾਂ 'ਚ ਹਮੇਸ਼ਾ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ। ਇਸ ਲਈ ਜਿਹੜਾ 6ਵਾਂ ਹੈ ਉਹਦਾ ਉੱਤਰ ਭਾਗ ਤੀਜਾ ਹੈਗਾ। ਨਾਈਟ੍ਰੋਜਨ ਗੈਸ ਉਹਨਾਂ ਵਿੱਚ ਪਾ ਕੇ ਉਸ ਭੋਜਨ ਨੂੰ ਲੰਮੇ ਸਮੇਂ ਲਈ ਬਚਾ ਕੇ ਰੱਖਿਆ ਜਾ ਸਕਦਾ, ਉਸ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ। ਇਸੇ ਕਰਕੇ
जिन्हें भी आप चिप्स या लेज़ या कोई भी इहो जिहा फूड जिहड़ा पैकटां विच बंद हुंदा वो लैंदे आ, वो बणिया तां महीना पहिलां दा हुंदा पर आपां महीने बाद भी खा सकदे आ, क्योंकि उस विच नाइट्रोजन भरी हुंदी है उस भोजन नूं खराब होण तों बचाउण लई। ਤਾਂ 7ਵਾਂ ਪ੍ਰਸ਼ਨ ਹੈ ਕਿ ਅਜਨ ਦੇ ਅਧਿਆਪਕ ਨੇ ਉਹਨੂੰ ਦੱਸਿਆ ਕਿ ਸਾਹ ਕਿਰਿਆ ਦੌਰਾਨ ਸਾਡੇ ਸਰੀਰ ਦੇ ਸੈੱਲਾਂ ਵਿਚਲੀ ਆਕਸੀਜਨ ਗਲੂਕੋਜ਼ ਨਾਲ ਮਿਲਦੀ ਹੈ ਅਤੇ ਊਰਜਾ ਪੈਦਾ ਹੁੰਦੀ ਹੈ। ਇਸੇ ਕਰਕੇ ਰਸਾਇਣਿਕ ਕਿਰਿਆ ਦੀ ਉਦਾਹਰਣ ਹੈ। ਇਹ ਕਿਹੜੀ ਰਸਾਇਣਿਕ ਕਿਰਿਆ ਦੀ ਉਦਾਹਰਣ ਹੈ? ਉਸ ਨੂੰ ਆਪਾਂ ਕਹਿੰਦੇ ਤਾਪ ਨਿਕਾਸੀ ਰਸਾਇਣਿਕ ਕਿਰਿਆ, ਕਿਉਂਕਿ ਇਸ ਦੇ ਵਿੱਚ ਊਰਜਾ ਤਾਪ ਦੇ ਰੂਪ ਵਿੱਚ ਪੈਦਾ ਹੁੰਦੀ ਹੈ। ਇਸੇ ਤਰ੍ਹਾਂ 8ਵਾਂ ਪ੍ਰਸ਼ਨ ਹੈ ਕਿ ਰੀਟਾ ਰਸੋਈ ਵਿੱਚ ਖਾਣਾ ਬਣਾਉਣ ਲਈ ਉਸਨੇ ਤੇਲ ਦੀ ਬੋਤਲ ਚੁੱਕੀ ਜੋ ਕਿ ਕਾਫੀ ਸਮੇਂ ਤੋਂ ਇੰਝ ਹੀ ਰਸੋਈ ਵਿੱਚ ਪਈ ਸੀ। ਜਦ ਉਸਨੇ ਤੇਲ ਨੂੰ ਸੁੰਘਿਆ ਤਾਂ ਉਸ ਵਿੱਚੋਂ ਦੁਰਗੰਧ ਆ ਰਹੀ ਸੀ। ਤਾਂ ਜੋ ਪ੍ਰਕਿਰਿਆ ਇਸ ਲਈ ਜ਼ਿੰਮੇਵਾਰ ਹੈ ਉਹ ਕਿਹੜੀ ਹੈ? ਤਾਂ ਉਸ ਨੂੰ ਆਪਾਂ ਕਹਿੰਦੇ ਆਕਸੀਕਰਨ ਕਿਰਿਆ। ਤਾਂ 8ਵੇਂ ਦਾ ਉੱਤਰ ਜਿਹੜਾ ਹੈਗਾ ਦੂਜਾ ਆਵੇਗਾ, ਆਕਸੀਕਰਨ, ਕਿਉਂਕਿ ਜਦੋਂ ਆਕਸੀਜਨ ਉਸ ਤੇਲ ਦੇ ਨਾਲ ਕਿਰਿਆ ਕਰ ਗਈ ਤਾਂ ਉਸ ਵਿੱਚ ਕਈ ਸੂਖਮ ਜੀਵ ਜਿਹੜੇ ਕਿਰਿਆਸ਼ੀਲ ਹੋ ਗਏ, ਜਿਸ ਕਰਕੇ ਉਸ 'ਚੋਂ ਦੁਰਗੰਧ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ 9ਵਾਂ ਪ੍ਰਸ਼ਨ ਹੈ ਕਿ ਰਾਮ ਨੇ ਲੋਹੇ ਦੀਆਂ ਕੁਝ ਨਵੀਆਂ ਵਸਤੂਆਂ ਖਰੀਦੀਆਂ ਜੋ ਕਿ ਬਹੁਤ ਚਮਕਦਾਰ ਸੀ, ਪਰ ਕੁਝ ਸਮੇਂ ਬਾਅਦ ਉਸਨੇ ਉਸ ਵਸਤੂਆਂ ਉੱਤੇ ਲਾਲ ਭੂਰੇ ਰੰਗ ਦੇ ਪਾਊਡਰ ਦੀ ਪਰਤ ਬਣਦੀ ਦੇਖੀ। ਇਸ ਪ੍ਰਕਿਰਿਆ ਦਾ ਨਾਮ ਕੀ ਹੈ? ਬੱਚੋ, ਇਹ ਤਾਂ ਆਮ ਜੀ ਪ੍ਰਕਿਰਿਆ, ਇਸ ਨੂੰ ਜੰਗ ਲੱਗਣਾ ਕਹਿੰਦੇ ਆ। ਤਾਂ 9ਵੇਂ ਦਾ ਉੱਤਰ ਪਹਿਲਾ ਹੈ, ਜਿਹਨੂੰ ਆਪਾਂ ਜੰਗ ਲੱਗਣਾ ਕਹਿੰਦੇ ਹਾਂ। ਹੁਣ ਇਹ ਜੰਗ ਕਿਵੇਂ ਲੱਗਦਾ? ਜਦੋਂ ਆਪਣੀ ਹਵਾ ਦੇ ਵਿੱਚ ਨਮੀ ਅਤੇ ਆਕਸੀਜਨ ਗੈਸ ਦੀ ਹੋਂਦ ਹੁੰਦੀ ਹੈ, ਤਾਂ ਹੀ ਜਿਹੜਾ ਜੰਗਾਲ ਲੱਗਦਾ ਹੈਗਾ ਕਿਸੇ ਵੀ ਲੋਹੇ ਦੀ ਵਸਤੂ ਨੂੰ। 10ਵਾਂ ਪ੍ਰਸ਼ਨ ਹੈ ਕਿ ਅੱਜ ਸੁਨੀਤਾ ਅਤੇ ਅਨੀਤਾ ਜਲੀ ਪੋਟਾਸ਼ੀਅਮ ਆਇਓਡਾਈਡ ਅਤੇ ਜਲੀ ਲੈਡ ਨਾਈਟ੍ਰੇਟ ਵਿਚਕਾਰ ਦੂਹਰਾ ਵਿਸਥਾਪਨ ਪ੍ਰਤੀਕਿਰਿਆ ਨੂੰ ਸਮਝਣ ਲਈ ਲੈਬ ਵਿੱਚ ਪ੍ਰਯੋਗ ਕਰ ਰਹੀਆਂ ਸਨ। ਉਹਨਾਂ ਵੇਖਿਆ ਕਿ ਲੈਬ ਵਿੱਚ ਜਲੀ ਲੈਡ ਨਾਈਟ੍ਰੇਟ ਨਹੀਂ ਹੈ, ਤਾਂ ਇਹਨਾਂ ਵਿੱਚੋਂ ਕਿਸ ਨੂੰ ਲੈਡ ਨਾਈਟ੍ਰੇਟ ਦੇ ਸਥਾਨ 'ਤੇ ਵਰਤ ਸਕਦੀ ਹੈ? ਤਾਂ ਬੱਚਿਓ, ਉਸ ਦਾ ਉੱਤਰ ਹੈਗਾ ਭਾਗ ਤੀਜਾ, ਅਮੋਨੀਅਮ ਨਾਈਟ੍ਰੇਟ। ਤਾਂ ਲੈਡ ਨਾਈਟ੍ਰੇਟ ਦੇ ਬਦਲ ਦੇ ਤੌਰ 'ਤੇ ਦੂਹਰਾ ਵਿਸਥਾਪਨ ਕਿਰਿਆ ਦੇ ਲਈ ਅਮੋਨੀਅਮ ਨਾਈਟ੍ਰੇਟ ਵਰਤਿਆ ਜਾ ਸਕਦਾ ਹੈ। 11ਵਾਂ ਪ੍ਰਸ਼ਨ ਹੈ ਕਿ ਅੱਜ ਮਨਿੰਦਰ ਨੇ ਸਾਇੰਸ ਲੈਬ ਵਿੱਚ ਚਾਰਟ 'ਤੇ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ 'ਤੇ ਹੋਣ ਵਾਲੀ ਰਸਾਇਣਿਕ ਕਿਰਿਆ ਨੂੰ ਦੇਖਿਆ। ਤਾਂ ਉਸਨੇ ਰਸਾਇਣਿਕ ਸਮੀਕਰਨ ਵਿੱਚ ਮੈਗਨੀਸ਼ੀਅਮ ਆਕਸਾਈਡ ਦਾ ਸੂਤਰ ਦੇਖਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਕੀ ਹੈ? ਤਾਂ ਬੱਚਿਓ, ਇਸ ਦਾ ਉੱਤਰ ਈਡੀ ਹੈ। ਮੈਗਨੀਸ਼ੀਅਮ ਆਕਸਾਈਡ ਦਾ ਸੂਤਰ MgO ਹੈ, ਜਿਸ ਵਿੱਚ ਜਿਹੜੀ G ਹੈ ਉਹ ਛੋਟੀ ਲਿਖੀ ਜਾਵੇਗੀ, M ਅਤੇ O ਕੈਪੀਟਲ ਹੋਵੇਗੀ ਹਮੇਸ਼ਾ। ਤਾਂ ਹੁਣ ਆਪਾਂ 12ਵਾਂ ਪ੍ਰਸ਼ਨ ਦੇਖਦੇ ਹਾਂ। 12ਵਾਂ ਪ੍ਰਸ਼ਨ ਆਪਾਂ ਨੂੰ ਕਹਿੰਦਾ ਹੈ ਕਿ ਰਾਹੁਲ ਸਮੀਕਰਨਾਂ ਨੂੰ ਸੰਤੁਲਿਤ ਕਰਨ ਦਾ ਅਭਿਆਸ ਕਰ ਰਿਹਾ ਹੈ, ਪਰ ਉਸ ਤੋਂ ਹੇਠ ਲਿਖੀ ਰਸਾਇਣਿਕ ਸਮੀਕਰਨ ਸੰਤੁਲਿਤ ਨਹੀਂ ਹੋ ਰਹੀ। ਕਿਹੜੀ ਰਸਾਇਣਿਕ ਸਮੀਕਰਨ ਹੈਗੀ ਇਹ? ਭਾਵ ਲੋਹਾ ਜਿਹਨੂੰ Fe ਕਹਿੰਦੇ ਆ, ਪਲੱਸ ਪਾਣੀ ਜਿਹਨੂੰ H2O ਕਹਿੰਦੇ ਹੈਗੇ ਆ, ਤਾਂ ਉਸ ਦੀ ਕਿਰਿਆ ਨਾਲ Fe3O4 ਭਾਵ ਆਇਰਨ ਆਕਸਾਈਡ ਬਣਿਆ ਪਲੱਸ ਹਾਈਡਰੋਜਨ ਬਣੀ। ਤਾਂ ਇਹਨੂੰ ਸਮੀਕਰਨਾਂ ਨੂੰ ਆਪਾਂ ਜਦੋਂ ਵੀ ਦੇਖਣਾ ਹੈਗਾ, ਆਪਣੀਆਂ ਆਪਸ਼ਨਾਂ ਦੇ ਵਿੱਚੋਂ ਆਪਾਂ ਲੱਭਣਾ ਹੈ ਕਿ ਦੋਨੇ ਪਾਸੇ ਚਾਹੇ ਆਇਰਨ ਹੋਵੇ, ਚਾਹੇ ਹਾਈਡਰੋਜਨ ਹੋਵੇ, ਚਾਹੇ ਆਕਸੀਜਨ ਹੋਵੇ, ਉਸ ਦੀ ਮਾਤਰਾ ਦੋਨੇ ਪਾਸੇ ਬਰਾਬਰ ਹੋਵੇ। ਇਹ ਆਪਾਂ ਦੇਖਣਾ ਇਸ ਦੇ ਵਿੱਚ। ਤਾਂ ਇਹ ਦੋਨੋਂ ਪਾਸੇ ਬਰਾਬਰ ਮਾਤਰਾ ਜਿਹੜੀ ਆ ਪੁੰਜ ਸੁਰੱਖਿਅਨ ਦੇ ਨਿਯਮ ਦੇ ਆਧਾਰ 'ਤੇ ਆ, ਕਿਉਂਕਿ ਪੁੰਜ ਸੁਰੱਖਿਅਨ ਦਾ ਨਿਯਮ ਕਹਿੰਦਾ ਹੈ ਕਿ ਕਿਸੇ ਵੀ ਰਸਾਇਣਿਕ ਸਮੀਕਰਨ ਦੇ ਵਿੱਚ ਉਤਪਾਦਾਂ ਅਤੇ ਅਭਿਕਾਰਕਾਂ ਦੋਨਾਂ ਦੇ ਵਿੱਚ ਜਿਹੜੇ ਤੱਤਾਂ ਦੀ ਸੰਖਿਆ ਹਮੇਸ਼ਾ ਬਰਾਬਰ ਹੋਵੇਗੀ। ਤਾਂ 12ਵੇਂ ਦਾ ਉੱਤਰ ਜਿਹੜਾ ਸੱਸਾ ਹੈਗਾ। ਇਸ ਦੇ ਵਿੱਚ ਤੁਸੀਂ ਇਸ ਨੂੰ ਸਮੀਕਰਨ ਨੂੰ ਧਿਆਨ ਨਾਲ ਦੇਖਣਾ ਕਿ ਬਣਿਆ ਕੀ ਇਸ ਦੇ ਵਿੱਚ, ਕਿ 3 ਆਇਰਨ ਪਲੱਸ 4 ਪਾਣੀ, ਉਸ ਤੋਂ ਬਣਿਆ Fe3O4 ਅਤੇ ਪਲੱਸ 4 ਹਾਈਡਰੋਜਨ ਗੈਸ ਜਿਹੜੀ ਇਸ ਵਿੱਚ ਪੈਦਾ ਹੋਈ। 13ਵਾਂ ਪ੍ਰਸ਼ਨ ਹੈ ਕਿ ਅੱਜ ਇਮਰੋਜ਼ ਕਲਾਸ ਵਿੱਚ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਬਾਰੇ ਪੜ੍ਹ ਰਿਹਾ ਹੈ। ਹੇਠ ਲਿਖੀ ਰਸਾਇਣਿਕ ਕਿਰਿਆ ਕਿਹੜੀ ਹੈ? ਆਪਾਂ ਨੂੰ ਦਿੱਤੀ ਹੋਈ ਹੈ ਮੀਥੇਨ, ਜਿਸ ਦਾ ਫਾਰਮੂਲਾ CH4 ਹੈ, ਪਲੱਸ 2 ਆਕਸੀਜਨ ਹੈ, ਉਸ ਤੋਂ ਬਣਿਆ ਕਾਰਬਨ ਡਾਈਆਕਸਾਈਡ ਪਲੱਸ 2 H2O ਭਾਵ ਪਾਣੀ ਬਣਿਆ ਅਤੇ ਨਾਲ ਹੀ ਤਾਪ ਪੈਦਾ ਹੋਇਆ। ਤਾਂ ਇਸ ਰਸਾਇਣਿਕ ਕਿਰਿਆ ਵਿੱਚ ਕਿਉਂਕਿ ਉਤਪਾਦਾਂ ਦੇ ਵਿੱਚ ਤਾਪ ਪੈਦਾ ਹੋਇਆ, ਇਸ ਕਰਕੇ ਇਹ ਇੱਕ ਤਾਪ ਨਿਕਾਸੀ ਕਿਰਿਆ ਹੈ। ਤਾਪ ਨਿਕਾਸੀ ਕਿਰਿਆਵਾਂ ਕਿਹੜੀਆਂ? ਜਿਨ੍ਹਾਂ ਵਿੱਚ ਤਾਪ ਪੈਦਾ ਕੀਤਾ ਜਾਂਦਾ ਹੈ। ਤਾਂ 14ਵਾਂ ਪ੍ਰਸ਼ਨ ਹੈ ਕਿ ਅੱਜ ਅਧਿਆਪਕ ਵਿਦਿਆਰਥੀਆਂ ਨੂੰ ਅਵਖੇਪਨ ਕਿਰਿਆ ਲੈਬ ਵਿੱਚ ਸੋਡੀਅਮ ਸਲਫੇਟ ਅਤੇ ਬੇਰੀਅਮ ਕਲੋਰਾਈਡ ਦੇ ਘੋਲਾਂ ਨੂੰ ਮਿਲਾ ਕੇ ਸਮਝਾ ਰਿਹਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਕਿਰਿਆ ਵਿੱਚ ਬਣੇ ਬੇਰੀਅਮ ਸਲਫੇਟ ਦੇ ਅਵਖੇਪ ਦਾ ਰੰਗ ਕੀ ਹੋਵੇਗਾ? ਤਾਂ ਇਸ ਦਾ ਅਵਖੇਪ ਦਾ ਰੰਗ ਹਮੇਸ਼ਾ ਚਿੱਟਾ ਹੋਵੇਗਾ, ਇਸ ਕਰਕੇ 14ਵੇਂ ਦਾ ਉੱਤਰ ਸੱਸਾ ਹੈ।
15ਵਾਂ ਪ੍ਰਸ਼ਨ ਹੈ ਕਿ ਕੱਲ੍ਹ ਸਾਇੰਸ ਜਮਾਤ ਵਿੱਚ ਆਕਸੀਕਰਨ ਅਤੇ ਲਘੂਕਰਨ ਕਿਰਿਆਵਾਂ ਬਾਰੇ ਸਮਝਾਇਆ ਜਾ ਰਿਹਾ ਸੀ, ਤਾਂ ਅੱਜ ਅਧਿਆਪਕ ਹਰਿੰਦਰ ਤੋਂ ਪੁੱਛ ਰਿਹਾ ਸੀ, ਜੇ ਕੋਈ ਵਸਤੂ ਕਿਰਿਆ ਦੌਰਾਨ ਆਕਸੀਜਨ ਗਵਾ ਦਿੰਦੀ ਹੈ ਤਾਂ ਉਸ ਵਸਤੂ ਦਾ ਕੀ ਹੋਵੇਗਾ। ਤੁਸੀਂ ਆਪਣਾ ਉੱਤਰ ਦੇਵੋ। ਤਾਂ ਬੱਚਿਓ, ਜਦੋਂ ਕੋਈ ਵੀ ਪਦਾਰਥ, ਕੋਈ ਵੀ ਵਸਤੂ ਆਕਸੀਜਨ ਗਵਾ ਦਿੰਦੀ ਹੈ ਤਾਂ ਉਸ ਵਿੱਚ ਲਘੂਕਰਨ ਕਿਰਿਆ ਹੁੰਦੀ ਹੈ, ਇਸ ਕਰਕੇ 15ਵੇਂ ਦਾ ਉੱਤਰ ਆੜਾ ਹੋਵੇਗਾ। 16ਵਾਂ ਪ੍ਰਸ਼ਨ ਹੈ ਕਿ ਹਰਲਾਜ ਨੇ ਆਪਣੇ ਘਰ ਵਿੱਚ ਪੁਰਾਣੇ ਪਏ ਲੋਹੇ ਦੇ ਪਾਈਪ ਨੂੰ ਹੱਥ ਲਾ ਕੇ ਦੇਖਿਆ ਤਾਂ ਉਸਨੇ ਕਲਾਸ 'ਚ ਲੋਹੇ ਨੂੰ ਜੰਗ ਲੱਗਣ ਬਾਰੇ ਪੜ੍ਹਿਆ ਸੀ। ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਲੋਹੇ ਨੂੰ ਜੰਗ ਲੱਗਣਾ ਹੇਠ ਲਿਖਿਆ ਵਿੱਚੋਂ ਕਿਹੜੀ ਕਿਰਿਆ ਹੈ। ਤਾਂ ਸਿੰਪਲ ਜੀ ਆ ਬੱਚਿਓ, ਇਸ ਦਾ ਉੱਤਰ ਆੜਾ ਹੈ, ਭਾਵ ਰਸਾਇਣਿਕ ਕਿਰਿਆ। ਲੋਹੇ ਨੂੰ ਜੰਗਾਲ ਲੱਗਣਾ ਰਸਾਇਣਿਕ ਕਿਰਿਆ ਹੈਗੀ ਹੈ। 17ਵਾਂ ਪ੍ਰਸ਼ਨ ਹੈ ਕਿ ਨਜ਼ਮਾ ਵਿਸਥਾਪਨ ਕਿਰਿਆਵਾਂ ਬਾਰੇ ਪੜ੍ਹ ਰਹੀ ਹੈ, ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਵਿਸਥਾਪਨ ਕਿਰਿਆ ਕਿਹੜੀ ਹੈ। ਤਾਂ ਬੱਚਿਓ, ਇਸ ਦਾ ਉੱਤਰ ਊੜਾ ਹੈਗਾ, ਭਾਵ Fe ਪਲੱਸ ਕਾਪਰ ਸਲਫੇਟ CuSO4, ਉਸ ਤੋਂ ਕੀ ਬਣਿਆ ਆਇਰਨ ਸਲਫੇਟ ਜਿਹਨੂੰ FeSO4 ਕਹਿੰਦੇ ਆ, ਅਤੇ ਪਲੱਸ ਕਾਪਰ ਕਹਿੰਦੇ ਆ। ਤਾਂ ਇਹ ਵਿਸਥਾਪਨ ਕਿਰਿਆ, ਜਿਸ ਵਿੱਚ ਵੱਧ ਕਿਰਿਆਸ਼ੀਲ ਤੱਤ ਜਿਹੜਾ ਹੈਗਾ ਕਿਸੇ ਘੱਟ ਕਿਰਿਆਸ਼ੀਲ ਤੱਤ ਨੂੰ ਉਸ ਦੇ ਯੋਗਿਕ ਵਿੱਚੋਂ ਵੱਖ ਕਰ ਦਿੰਦਾ ਹੈਗਾ। ਜਿਵੇਂ ਕਿ ਇਸ ਉਦਾਹਰਨ ਵਿੱਚ ਲੋਹਾ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ, ਇਸ ਕਰਕੇ ਲੋਹੇ ਨੇ ਕਾਪਰ ਨੂੰ ਅਲੱਗ ਕਰਤਾ ਅਤੇ ਆਪ ਉਹਦਾ ਸਥਾਨ ਲੈ ਕੇ ਆਇਰਨ ਸਲਫੇਟ ਬਣਾ ਦਿੱਤਾ ਸੀਗਾ। 18ਵਾਂ ਪ੍ਰਸ਼ਨ ਹੈ ਕਿ ਅਧਿਆਪਕ ਸਾਇੰਸ ਲੈਬ ਵਿੱਚ ਪਾਣੀ ਦਾ ਬਿਜਲਈ ਅਪਘਟਨ ਵਾਲੀ ਕਿਰਿਆ ਕਰਵਾ ਰਿਹਾ ਹੈ। ਕੈਥੋਡ ਅਤੇ ਐਨੋਡ 'ਤੇ ਗੈਸਾਂ ਦੇ ਬੁਲਬੁਲੇ ਨਿਕਲਦੇ ਹਨ। ਇਸ ਕਿਰਿਆ ਵਿੱਚ ਕੈਥੋਡ 'ਤੇ ਕਿਹੜੀ ਗੈਸ ਪੈਦਾ ਹੁੰਦੀ ਹੈ। ਬੱਚਿਓ, ਕੈਥੋਡ 'ਤੇ ਹਾਈਡਰੋਜਨ ਗੈਸ ਪੈਦਾ ਹੋਵੇਗੀ। ਜਦੋਂ ਵੀ ਪਾਣੀ ਦਾ ਬਿਜਲਈ ਅਪਘਟਨ ਕਰਾਂਗੇ ਤਾਂ ਕੈਥੋਡ 'ਤੇ ਹਾਈਡਰੋਜਨ ਗੈਸ ਪੈਦਾ ਹੋਵੇਗੀ ਅਤੇ ਐਨੋਡ 'ਤੇ ਹਮੇਸ਼ਾ ਆਕਸੀਜਨ ਗੈਸ ਪੈਦਾ ਹੋਵੇਗੀ। ਤਾਂ ਹੁਣ ਆਪਾਂ ਇਸ ਵਿੱਚੋਂ 19ਵਾਂ ਪ੍ਰਸ਼ਨ ਕਰਾਂਗੇ, ਜਿਹੜਾ ਹੈਗਾ ਆਪਣੇ ਕੋਲੇ ਕਿ ਜਦੋਂ ਭੀਮ ਨੇ ਸੋਡੀਅਮ ਹਾਈਡਰੋਕਸਾਈਡ ਦਾ ਲੂਣ NaOH ਜਿਹਨੂੰ ਆਪਾਂ ਕਹਿੰਦੇ ਹਾਂ ਪਾਣੀ ਵਿੱਚ ਘੋਲਿਆ ਤਾਂ ਉਸ ਨੇ ਬੀਕਰ ਨੂੰ ਹੱਥ ਲਗਾਇਆ ਤਾਂ ਬੀਕਰ ਗਰਮ ਹੋ ਗਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਬੀਕਰ ਵਿੱਚ ਕਿਹੜੀ ਕਿਰਿਆ ਕਾਰਨ ਇਹ ਗਰਮ ਹੋਇਆ। ਤਾਂ ਬੱਚਿਓ, ਇਸ ਦਾ ਉੱਤਰ ਈੜੀ ਆ, ਭਾਵ ਸੰਯੋਜਨ ਕਿਰਿਆ। ਸੰਯੋਜਨ ਕਿਰਿਆਵਾਂ ਆਮ ਤੌਰ 'ਤੇ ਤਾਪ ਨਿਕਾਸੀ ਕਿਰਿਆਵਾਂ ਹੁੰਦੀਆਂ, ਜਦ ਕਿ ਅਪਘਟਨ ਕਿਰਿਆਵਾਂ ਸਾਰੀਆਂ ਤਾਪ ਸੋਖੀ ਕਿਰਿਆਵਾਂ ਹੁੰਦੀਆਂ। ਤਾਂ 19ਵੇਂ ਦਾ ਉੱਤਰ ਜਿਹੜਾ ਹੈਗਾ ਈੜੀ ਹੈ। ਤਾਂ ਅਖੀਰਲਾ ਪ੍ਰਸ਼ਨ ਜਿਹੜਾ ਆਪਣਾ ਹੈਗਾ ਅੱਜ ਦਾ ਇਸ ਦਾ ਕਿ ਸਿਕੰਦਰ ਅਪਘਟਨ ਕਿਰਿਆਵਾਂ ਬਾਰੇ ਪੜ੍ਹ ਰਿਹਾ ਸੀ, ਤਾਂ ਉਸਨੇ ਇੱਕ ਪ੍ਰਸ਼ਨ ਵਿੱਚ ਪੜ੍ਹਿਆ ਕਿ ਅਪਘਟਨ ਕਿਰਿਆਵਾਂ ਨੂੰ ਡੈਸ਼ ਕਿਰਿਆ ਦਾ ਉਲਟ ਕਿਉਂ ਆਖਿਆ ਜਾਂਦਾ ਹੈ। ਤਾਂ ਖਾਲੀ ਸਥਾਨ 'ਚ ਕਿਹੜੀ ਕਿਰਿਆ ਹੋਵੇਗੀ। ਤਾਂ ਬੱਚਿਓ, ਇਸ ਦਾ ਉੱਤਰ ਹੋਵੇਗਾ ਸੱਸਾ, ਜਿਹਨੂੰ ਆਪਾਂ ਕਹਿੰਦੇ ਸੰਯੋਜਨ ਕਿਰਿਆਵਾਂ। ਤਾਂ ਅਪਘਟਨ ਕਿਰਿਆਵਾਂ ਹਮੇਸ਼ਾ ਸੰਯੋਜਨ ਕਿਰਿਆਵਾਂ ਦੇ ਉਲਟ ਹੁੰਦੀਆਂ ਹਨ। ਤਾਂ ਬੱਚਿਓ, ਇਹ ਆਪਣਾ ਜਿਹੜਾ ਪਹਿਲਾ ਪਾਠ ਹੋਇਆ, ਅਤੇ ਤੁਸੀਂ ਇਸ ਦੇ ਪ੍ਰਸ਼ਨਾਂ ਨੂੰ ਧਿਆਨ ਨਾਲ ਸੁਣਨਾ ਹੈਗਾ, ਉੱਤਰਾਂ ਨੂੰ ਵੀ ਇਸ ਦੇ, ਅਤੇ ਜੇ ਨਾ ਸਮਝ ਆਵੇ ਤਾਂ ਇਹੀ ਲੈਕਚਰ ਦੁਬਾਰਾ ਦੇਖਿਆ ਜਾਵੇ, ਜਿਸ ਨਾਲ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੀ ਹੋਰ ਕਲੈਰਿਟੀ ਹੋਵੇਗੀ। ਧੰਨਵਾਦ।